ਬੱਚਿਓ MA ਥਰਡ ਸਮੈਸਟਰ ਦੇ ਵੀਡੀਓ ਲੈਕਚਰ ਦੇ ਵਿੱਚ ਤੁਹਾਡਾ ਸਵਾਗਤ ਹੈ। ਕੱਲ ਅਸੀਂ ਇੱਕ ਬਹੁਤ ਮਹੱਤਵਪੂਰਨ ਟੌਪਿਕ ਡਿਸਕਸ ਕੀਤਾ ਸੀ ਕਿ ਇੰਗਲੈਂਡ ਦੇ ਵਿੱਚ ਕੁਝ ਜਿਹੜੇ ਸੰਵਿਧਾਨਕ ਵਿਸ਼ੇਸ਼ੱਗ ਹੈਗੇ ਹੈ ਜਾਂ ਕੁਝ ਜਿਹੜੀ ਜੂਰਿਸਟ ਹੈ ਉਹ ਇਹ ਕਹਿੰਦੇ ਆ ਕਿ ਉੱਥੇ ਕੈਬਨਿਟ ਦੀ ਜਿਹੜੀ ਹੈ ਡਿਕਟੇਟਰਸ਼ਿਪ ਹੈ। ਠੀਕ ਹੈ। ਔਰ ਕੱਲ ਅਸੀਂ ਕੁਐਸਚਨ ਜਿਹੜਾ ਹੈ ਡਿਟੇਲ ਦੇ ਵਿੱਚ ਜਿਹੜਾ ਹੈ ਡਿਸਕਸ ਕੀਤਾ ਸੀ ਔਰ ਮੈਂ ਤੁਹਾਨੂੰ ਕੱਲ ਫੈਕਟਰਸ ਰਿਸਪੌਂਸਿਬਲ ਫॉर द ਗਰੋਥ ਆਫ ਪਾਵਰਸ ਆਫ ਕੈਬਨਿਟ ਇਨ ਬ੍ਰਿਟਨ ਲਿਖਾਏ ਸੀ। ਵਿਦ ਦਾ ਟਾਈਮ ਜਿਹੜਾ ਹੈਗਾ ਅਗਰ ਅਸੀਂ ਪੂਰਾ ਇਹਦਾ ਇਤਿਹਾਸ ਦੇਖੀਏ ਜਾਂ ਇਹਦਾ ਪਿਛੋਕੜ ਦੇਖੀਏ ਅਸੀਂ ਕੈਬਨਿਟ ਵਿਵਸਥਾ ਦਾ ਇੰਗਲੈਂਡ ਦੇ ਵਿੱਚ ਤੇ ਸਾਨੂੰ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਉੱਥੇ ਵਾਕਈ ਹੀ ਜਿਹੜਾ ਹੈਗਾ ਕੈਬਨਿਟ ਦੀ ਜਿਹੜੀ ਹੈ ਉਹ ਉੱਥੇ ਤਾਨਾਸ਼ਾਹੀ ਮਤਲਬ ਤਾਨਾਸ਼ਾਹੀ ਦੀ ਕੈਬਨਿਟ ਦੀਆਂ ਜਿਹੜੀਆਂ ਸ਼ਕਤੀਆਂ ਉਹ ਵਿਦ ਦਾ ਟਾਈਮ ਜਿਹੜਾ ਹੈ ਵਧੀਆਂ ਔਰ ਜਿਹੜਾ ਉੱਥੇ ਦਾ ਪਾਰਲੀਮੈਂਟ ਹੈ ਜਿਹਨੂੰ ਇੱਕ ਸੋਵਰਨ ਇੰਸਟੀਟਿਊਸ਼ਨ ਮੰਨਿਆ ਜਾਂਦਾ ਉਹਦੀਆਂ ਸ਼ਕਤੀਆਂ ਜਿਹੜੀਆਂ ਉਹ ਘਟੀਆਂ। ਸੋ ਮੈਂ ਕੱਲ ਤੁਹਾਨੂੰ ਕੁਝ ਪੁਆਇੰਟ ਲਿਖਾਏ ਸੀਗੇ ਕਿ ਉੱਥੇ ਪਾਰਲੀਮੈਂਟਰੀ ਗਵਰਨਮੈਂਟ ਇਨ ਗ੍ਰੇਟ ਬ੍ਰਿਟਨ। ਪਹਿਲਾ ਪੁਆਇੰਟ ਇਹ ਸੀਗਾ ਕਿ ਇੰਗਲੈਂਡ ਦੇ ਵਿੱਚ ਸੰਸਦੀय ਪ੍ਰਣਾਲੀ। ਹੁਣ ਮੈਂ ਤੁਹਾਨੂੰ ਜਿੱਦਾਂ ਅੱਗੇ ਵੀ ਦੱਸ ਚੁੱਕਾ ਹੈਗਾ ਕਿ ਜਿਹੜੀ ਸੰਸਦੀय ਪ੍ਰਣਾਲੀ ਹੁੰਦੀ ਹੈ ਉਹਦੇ ਵਿੱਚ ਜਿਹੜਾ ਨਾਮਮਾਤਰ ਕਾਰਜਪਾਲਿਕਾ ਔਰ ਵਾਸਤਵਿਕ ਕਾਰਜਪਾਲਿਕਾ ਦੀ ਵਿਵਸਥਾ ਹੁੰਦੀ ਹੈ। ਨਾਮਮਾਤਰ ਕਾਰਜਪਾਲਿਕਾ ਹੁੰਦੀ ਹੈ ਜਿੱਦਾਂ ਉੱਥੇ ਜਿਹੜੀ ਮਹਾਰਾਣੀ ਹੈ ਉਹ ਨਾਮਮਾਤਰ ਕਾਰਜਪਾਲਿਕਾ ਹੈ, ਉਹ ਸੰਵਿਧਾਨਿਕ ਮੁਖੀ ਦੇ ਰੂਪ ਦੇ ਵਿੱਚ ਉੱਥੇ ਕੰਮ ਕਰ ਰਹੀ ਹੈ। ਅਗਰ ਇਹਦਾ ਕੰਪੈਰੀਜ਼ਨ ਅਸੀਂ ਇੰਡੀਆ ਦੇ ਨਾਲ ਕਰੀਏ ਤਾਂ ਇੰਡੀਆ ਦੇ ਵਿੱਚ ਰਾਸ਼ਟਰਪਤੀ ਦਾ ਰੋਲ ਜਿਹੜਾ ਹੈ ਨਾਮਮਾਤਰ ਕਾਰਜ ਸਾਧਕ ਦਾ ਹੈਗਾ, ਜਦ ਕਿ ਜਿਹੜੀ ਵਾਸਤਵਿਕ ਕਾਰਜਪਾਲਿਕਾ ਹੈ ਇੰਗਲੈਂਡ ਅਤੇ ਅਗਰ ਭਾਰਤ ਦੀ ਗੱਲ ਕਰੀਏ ਪ੍ਰਧਾਨ ਮੰਤਰੀ ਔਰ ਉਸਦਾ ਮੰਤਰੀ ਮੰਡਲ। ਸੋ ਪ੍ਰਧਾਨ ਮੰਤਰੀ ਔਰ अगर उसका मंत्रिमंडल वास्तविक कार्यपालिका है सो ऑटोमैटिकली कोई भी अगर बिल आता है पहले वो जो कैबिनेट से डिस्कस होंगे, कैबिनेट से डिस्कस होने तो बाद जो संसद के जाता है, संसद जो उन्होंने पास कर दिता है उस तो बाद राष्ट्रपति या उत्थे जी राणी है वो साइन होंगे है, उस तो बाद जो बिल जोड़ा है वो जोड़ा है पास जोड़ा है वो मन्या जाता है। फिर चेंज इन द रोल ऑफ ਇਲੈਕਟੋਰੇਟਸ 1928 ਦੇ ਵਿੱਚ ਅਗਰ ਅਸੀਂ ਗੱਲ ਕਰੀਏ ਇੰਗਲੈਂਡ ਦੇ ਵਿੱਚ ਇੱਕ ਰਿਫਾਰਮ ਐਕਟ ਪਾਸ ਹੋਇਆ ਸੀ, ਸੁਧਾਰ ਕਾਨੂੰਨ ਇਹਨੂੰ ਕਹਿੰਦੇ ਆਪਾਂ ਪੰਜਾਬੀ ਦੇ ਵਿੱਚ। ਸੁਧਾਰ ਕਾਨੂੰਨ ਜਿਹੜਾ ਹੈ ਉਹ ਪਾਸ ਹੋਇਆ ਸੀਗਾ ਜਿਹਦੇ ਵਿੱਚ ਜਿਹੜਾ ਹੈ ਅਡਲਟ ਫਰੈਂਚਾਈਜ਼ ਮਤਲਬ ਜਿਹੜਾ ਵੋਟ ਪਾਉਣ ਦਾ ਅਧਿਕਾਰ ਸੀਗਾ has been made in Great Britain. As a consequence of this, today supreme powers have gone in the hands of the people. वो कहता कि ਜਿਹੜੀ ਵਾਸਤਵਿਕ ਸ਼ਕਤੀ ਹੈਗੀ ਹੈ ਜਾਂ ਵਾਸਤਵਿਕ ਜਿਹੜੀ ਸੁਪਰੀਮ ਪਾਵਰ ਹੈ ਉਹ ਲੋਕਾਂ ਦੇ ਹੱਥ ਵਿੱਚ ਹੈ। ਸੋ ਕੈਬਨਿਟ ਵਿੱਚ ਕੈਰੀਜ਼ ਔਨ ਦੀ ਐਡਮਿਨਿਸਟ੍ਰੇਸ਼ਨ keeping in mind of the public interest and public wishes need not have the fear of king and parliament. ਉਹ ਕਹਿੰਦਾ ਜੋ ਕੁਝ ਵੀ ਇੰਗਲੈਂਡ ਦੇ ਵਿੱਚ ਹੁੰਦਾ ਹੈ ਉਹ ਲੋਕਾਂ ਦੀ ਭਲਾਈ ਵਾਸਤੇ ਹੁੰਦਾ ਹੈ, ਜਲ ਕਲਿਆਣ ਵਾਸਤੇ ਹੁੰਦਾ ਹੈ। ਇਸ ਕਰਕੇ ਜਿਹੜਾ ਹੈ ਉੱਥੇ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਜਾਂ ਕੈਬਨਿਟ ਹੈ ਨਾ ਤਾਂ ਉਹਨੂੰ ਸੰਸਦ ਔਰ ਨਾ ਹੀ ਉਹਨੂੰ ਰਾਜੇ ਤੋਂ ਡਰਨ ਦੀ ਜਿਹੜੀ ਹੈ ਰੋਲ ਹੈ। ਇਸ ਕਰਕੇ ਵੀ ਜਿਹੜੇ ਕੈਬਨਿਟ ਦੀਆਂ ਸ਼ਕਤੀਆਂ ਸੀਗੀਆਂ ਉਹਦੇ ਵਿੱਚ ਵਾਧਾ ਹੋਇਆ। ਉਸ ਤੋਂ ਬਾਅਦ ਅਗਰ ਅੱਗੇ ਗੱਲ ਕਰੀਏ ਇਨਕਰੀਜ਼ਿੰਗ ਰੋਲ ਕੰਟਰੋਲ ਓਵਰ ਲੈਜਿਸਲੇਸ਼ਨ। ਇਨਕਰੀਜ਼ਿੰਗ ਕੰਟਰੋਲ ਓਵਰ ਲੈਜਿਸਲੇਸ਼ਨ ਦਾ ਮਤਲਬ ਹੈ ਕਿ ਜਿਹੜੇ ਕਾਨੂੰਨ ਬਣਾਉਣ ਦੀ ਸ਼ਕਤੀਆਂ ਵਿੱਚ ਵਾਧਾ ਹੋਣਾ ਜਾਂ ਕਾਨੂੰਨ ਸਾਜ਼ਗੀ ਸ਼ਕਤੀਆਂ ਵਿੱਚ ਵਾਧਾ ਹੋਣਾ। ਕਿਸ ਤਰ੍ਹਾਂ ਕੈਬਨਿਟ ਡਿਸਾਈਡਸ ਅਬਾਊਟ ਦ ਸੈਸ਼ਨ ਆਫ ਦ ਪਾਰਲੀਮੈਂਟ। ਕੈਬਨਿਟ ਦੇ ਹੱਥ ਦੇ ਵਿੱਚ ਡਿਸੀਜਨ ਮੇਕਿੰਗ ਪਾਵਰ ਜਾਂ ਪਾਲਿਸੀ ਮੇਕਿੰਗ ਜਿਹੜੀ ਪਾਵਰ ਹੈ ਇੰਗਲੈਂਡ ਦੇ ਵਿੱਚ ਉਹ ਕੈਬਨਿਟ ਦੇ ਹੱਥ ਦੇ ਵਿੱਚ ਹੈ। ਜਿੱਦਾਂ ਉਦਾਹਰਨ ਦੇ ਤੌਰ ਤੇ ਕੈਬਨਿਟ ਜਿਹੜਾ ਹੈ ਉਹ ਡਿਸਾਈਡ ਕਰਦਾ ਹੈ ਕਿ ਸੰਸਦ ਦਾ ਸੈਸ਼ਨ ਕਦੋਂ ਬੁਲਾਇਆ ਜਾਊਗਾ। ਕੈਬਨਿਟ ਜਿਹੜਾ ਹੈ ਉਹ ਏਜੰਡਾ ਸੈੱਟ ਕਰਦਾ ਹੈ ਕਿ ਸੰਸਦ ਦੇ ਵਿੱਚ ਕਿਹੜੇ ਕਿਹੜੇ ਬਿੱਲ ਜਿਹੜੇ ਹੈ ਲਿਆਂਦੇ ਜਾਊਗੇ। ਫਿਰ ਕੈਬਨਿਟ ਇਹ ਡਿਸਕਸ ਕਰਦਾ ਹੈ ਕਿ ਪਾਰਲੀਮੈਂਟ ਜਿਹੜਾ ਹੈ ਕਿੰਨੀ ਦੇਰ ਲਈ ਬੈਠੇਗਾ, ਮਹੀਨੇ ਲਈ ਬੈਠੇਗਾ, 2 ਮਹੀਨੇ ਲਈ ਬੈਠੇਗਾ ਜਾਂ 3 ਮਹੀਨਿਆਂ ਲਈ ਬੈਠੇਗਾ। ਠੀਕ ਹੈ ਜੀ। ਫਿਰ ਲੈਜਿਸਲੇਟਿਵ ਪਾਵਰਸ ਆਫ ਹੈਵ ਆਲਸੋ ਇਨਕਰੀਜ਼ਡ with the provision of delegated legislation। delegated legislation ਦਾ ਮਤਲਬ ਹੁੰਦਾ ਹੈ
कि ਜਦੋਂ ਤੁਸੀਂ ਆਪਣੇ ਕੰਮਕਾਜ ਕਰਨ ਦੀਆਂ ਸ਼ਕਤੀਆਂ ਜਿਹੜੀਆਂ ਡੈਲੀਗੇਟ ਕਰ ਦਿੰਦੇ ਆ ਕਿਸੇ ਹੋਰ ਨੂੰ ਦੇ ਦਿੰਦੇ ਹੋ, ਤਾਂ ਸੋ ਉਸ ਕਰਕੇ ਵੀ ਇਹ ਸਾਰੀਆਂ ਗੱਲਾਂ ਕਰਕੇ ਵੀ ਜਿਹੜਾ ਹੈ ਬ੍ਰਿਟਨ ਦੇ ਵਿੱਚ ਜਿਹੜਾ ਹੈ ਉਹ ਕੈਬਨਿਟ ਦੀਆਂ ਜਿਹੜੀਆਂ ਸ਼ਕਤੀਆਂ ਹੈ ਉਹਦੇ ਵਿੱਚ ਜਿਹੜਾ ਵਾਧਾ ਹੋਇਆ। ਪਾਵਰ ਟੂ ਗੈਟ ਹਾਊਸ ਆਫ ਕਾਮਨਸ ਡਿਸੋਲਵਡ। ਹੁਣ ਭਾਰਤ ਦੇ ਵਿੱਚ ਲੋਕ ਸਭਾ ਨੂੰ ਅਗਰ ਭੰਗ ਕਰਨਾ ਹੈ, ਜਦ ਤੱਕ ਪ੍ਰਧਾਨ ਮੰਤਰੀ ਔਰ ਉਸਦਾ ਮੰਤਰੀ ਮੰਡਲ ਉਹਦੀ ਮਨਜ਼ੂਰੀ ਨਹੀਂ ਦੇਊਗਾ ਕਿ ਸਰ ਮੇਰੇ ਕੋਲ ਮੈਜੋਰਿਟੀ ਨਹੀਂ ਹੈਗੀ ਹੁਣ ਹਾਊਸ ਲੋਕ ਸਭਾ 'ਚ, ਜਾਂ ਉੱਥੇ ਦਾ ਪ੍ਰਾਈਮ ਮਿਨਿਸਟਰ ਬ੍ਰਿਟਨ ਦਾ ਕਹੂਗਾ ਕਿ ਸਰ ਮੇਰੇ ਕੋਲ ਹਾਊਸ ਆਫ ਕਾਮਨਸ ਦੇ ਵਿੱਚ ਜਿਹੜਾ ਹੈ ਬਹੁਮਤ ਨਹੀਂ ਹੈ, ਸੋ ਆਈ ਰਿਜ਼ਾਈਨ ਫਰਮ ਦਾ ਆਫਿਸ ਆਫ ਦ ਪ੍ਰਾਈਮ ਮਿਨਿਸਟਰ। ਸੋ if prime minister goes, then the whole of cabinet the resignation of whole of the cabinet is accepted. So in that case the cabinet decides that house of commons, or in India if we see the how lok sabha should be dissolved, जो प्रधान मंत्री और उसका मंत्रिमंडल ਜਿਹੜਾ ਹੈ ਸਿਫਾਰਿਸ਼ ਕਰ ਦੇਗਾ ਤੇ ਹਾਊਸ ਆਫ ਕਾਮਨਸ ਜਾਂ ਭਾਰਤ ਦੀ ਅਗਰ ਕੰਪੈਰੀਟਿਵ ਐਗਜ਼ਾਮਪਲ ਲਈਏ ਤਾਂ ਰਾਸ਼ਟਰਪਤੀ ਲੋਕ ਸਭਾ ਨੂੰ ਜਿਹੜਾ ਹੈ ਉਹ ਭੰਗ ਕਰ ਦੇਗਾ। ਫਿਰ ਇਹਦੇ ਵਿੱਚ ਅਗਲਾ ਪੁਆਇੰਟ ਹੈਗਾ ਪਾਰਟੀ ਡਿਸਿਪਲਿਨ। ਬਿਕੋਜ਼ ਆਫ ਦੀ ਪਾਰਟੀ ਡਿਸਿਪਲਿਨ the cabinet always support the majority. Members of every party know that if they are violated the directives of the party, they would be expelled from the party and they would be denied party tickets. So ਪਾਰਟੀ ਇੱਥੇ ਵਾਂਗਰ ਨਹੀਂ ਹੈ, ਉੱਥੇ ਦੀਆਂ ਜਿਹੜੀਆਂ ਪਾਰਟੀਆਂ ਉਹਨਾਂ ਵਿੱਚ ਕਾਫੀ ਜਿਹੜਾ ਡਿਸਿਪਲਿਨ ਹੈ। ਉੱਥੇ ਜਿਹੜੀਆਂ ਮੇਨ ਦੋ ਪਾਰਟੀਆਂ ਹੈਗੀਆਂ ਇੰਗਲੈਂਡ ਦੇ ਵਿੱਚ, ਇੱਕ ਤਾਂ ਰੂੜੀਵਾਦੀ ਦਲ ਹੈ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਕਹਿੰਦੇ ਆ, ਔਰ ਦੂਜਾ ਉੱਥੇ ਹੈ ਲਿਬਰਲ ਪਾਰਟੀ ਹੈਗੀ ਹੈ, ਲਿਬਰਲ ਡੈਮੋਕ੍ਰੈਟਸ ਹੈਗੇ ਆ, ਫਿਰ ਲੇਬਰ ਪਾਰਟੀ ਹੈਗੀ ਹੈ ਜਿਹਨੂੰ ਮਜ਼ਦੂਰ ਦਲ ਕਹਿੰਦੇ ਆ। ਸੋ ਉਹਨਾਂ ਦੋਨਾਂ ਪਾਰਟੀਆਂ ਦੀ ਅਗਰ ਅਸੀਂ ਗੱਲ ਕਰੀਏ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਡਿਸਿਪਲਿਨ ਹੈਗਾ। ਇੱਦਾਂ ਨਹੀਂ ਕੋਈ ਵੀ ਵਿਅਕਤੀ ਅਗਰ ਪਾਰਟੀ ਦੇ ਖਿਲਾਫ ਬੋਲ ਰਿਹਾ ਭਾਰਤ ਦੇ ਵਿੱਚ, ਉਹਨੂੰ ਕਿੰਨੀ ਕਿੰਨੀ ਦੇਰ ਪਾਰਟੀ ਦੇਖਦੀ ਰਹਿੰਦੀ, ਉਹ ਐਕਸਪੈਲ ਨਹੀਂ ਕਰ, ਉੱਥੇ ਇਮੀਡੀਏਟਲੀ ਜਿਹੜਾ ਹੈ ਐਕਸਪੈਲ ਕੀਤਾ ਜਾਂਦਾ। ਸੋ ਇਹ ਵੀ ਡਿਸੀਜਨ ਵੀ ਜਿਹੜਾ ਹੈ ਕੈਬਨਿਟ ਜਿਹੜਾ ਹੈ ਉਹ ਲੈਂਦਾ। ਸੋ ਇੱਥੇ ਇੱਕ ਵਿਚਾਰਕ ਹੋਇਆ ਲਾਸਕੀ, ਉਹਨਾਂ ਦੀ ਕੋਟੇਸ਼ਨ ਹੈ ਉਹ ਮੈਂ ਕੋਟ ਕਰੂੰਗਾ। The day of the independent members has gone and there is no prospect that it is likely to be revived. ठीक है, उन्हें इस संदर्भ ਵਿੱਚ ਕਿਹਾ ਹੈ ਕਿ ਪਾਰਟੀ ਡਿਸਪਲਿਨ ਦੇ ਸੰਦਰਭ ਵਿੱਚ ਕਿਹਾ ਹੈ ਕਿ the day of independent members have gone, ਮਤਲਬ ਕਿ ਜਿਹੜੇ ਇੰਡੀਪੈਂਡੈਂਟ ਮੈਂਬਰ ਚੁਣ ਕੇ ਆਉਂਦੇ ਸੀਗੇ ਉਹਨਾਂ ਦੇ ਜਿਹੜੇ ਦਿਨ ਹੈ ਉਹ ਲੱਗ ਗਏ ਨੇ ਤੇ there is no prospect that it is likely to be revived. ਇੱਦਾਂ ਦੀ ਕੋਈ ਸੰਭਾਵਨਾ ਨਹੀਂ ਕਿ ਇਹ ਦਿਨ ਜਿਹੜਾ ਹੈ ਮੁੜ ਕੇ ਜਿਹੜਾ ਹੈ ਉਹ ਆਉਣਗੇ। ਠੀਕ ਹੈ ਜੀ। ਹੁਣ ਇੱਕ ਫਿਰ ਅਗਲਾ ਪੁਆਇੰਟ ਹੈ ਪ੍ਰਿੰਸੀਪਲ ਆਫ ਕਲੈਕਟਿਵ ਰਿਸਪੌਂਸਿਬਿਲਿਟੀ, ਸਮੂਹਿਕ ਜ਼ਿੰਮੇਵਾਰੀ। ਇਹ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਾ ਹਾਂ। ਸਮੂਹਿਕ ਜ਼ਿੰਮੇਵਾਰੀ ਕੀ ਹੈ? ਅਗਰ ਪ੍ਰਧਾਨ ਮੰਤਰੀ ਰਿਜ਼ਾਈਨ ਕਰਦਾ ਹੈ ਕਿਸੇ ਵਜ੍ਹਾ ਨਾਲ, ਫਿਰ ਪੂਰੇ ਕੈਬਨਿਟ ਦਾ ਜਿਹੜਾ ਅਸਤੀਫਾ ਮੰਗ ਲਿਆ ਜਾਂਦਾ। ਸੋ ਬਿਕੋਜ਼ ਦ ਫੰਕਸ਼ਨਸ ਐਜ਼ ਅ ਟੀਮ, ਮਤਲਬ ਜਿਹੜਾ ਮਿਨਿਸਟਰਸ ਹੈ ਔਰ ਕੈਬਨਿਟ ਦੇ ਵਿੱਚ ਮਿਨਿਸਟਰ ਔਰ ਪ੍ਰਾਈਮ ਮਿਨਿਸਟਰ ਹੁੰਦਾ ਹੈ, ਔਰ ਉਹ ਐਜ਼ ਅ ਟੀਮ ਕੰਮ ਕਰਦੇ, ਉਹ ਇਕੱਲੇ ਇਕੱਲੇ ਨਹੀਂ ਕੰਮ ਕਰਦੇ, ਉਹ ਇੰਡੀਵਿਜੂਅਲੀ ਰਿਸਪੌਂਸੀਬਲ ਵੀ ਹੈ, ਉਹ ਕਲੈਕਟਿਵਲੀ ਰਿਸਪੌਂਸੀਬਲ ਵੀ ਹੈ। ਇਹ ਵੀ ਇੱਕ ਕਾਰਨ ਸੀਗਾ ਜਿਸ ਕਰਕੇ ਕੈਬਨਿਟ ਦੀਆਂ ਜਿਹੜੀਆਂ ਸ਼ਕਤੀਆਂ ਉਹ ਬਣੀਆਂ। ਬਾਈ ਵਿਚ ਪਾਰਟੀ ਸਿਸਟਮ ਐਂਡ ਪੋਲੀਟੀਕਲ ਸਟੇਬਿਲਿਟੀ। ਹੁਣ ਅਗਰ ਆਪਾਂ ਇੰਗਲੈਂਡ ਦੀ ਗੱਲ ਕਰੀਏ ਤਾਂ ਇੰਗਲੈਂਡ ਦੇ ਵਿੱਚ ਜਿਹੜਾ ਹੈਗਾ ਉਹ ਬਾਈ ਪਾਰਟੀ ਸਿਸਟਮ ਦੀ ਵਿਵਸਥਾ ਹੈ। ਦੋ ਪ੍ਰਮੁੱਖ ਪਾਰਟੀਆਂ ਹੈ ਜਿਹਦੇ ਕਰਕੇ ਉੱਥੇ ਜਿਹੜੀ ਰਾਜਨੀਤਿਕ ਸਥਿਰਤਾ ਬਹੁਤ ਜ਼ਿਆਦਾ ਹੈ, ਮਤਲਬ ਰਾਜਨੀਤਿਕ ਰੂਪ ਨਾਲ ਇੰਗਲੈਂਡ ਸਥਿਰ ਹੈ। ਕਦੇ ਇੱਕ ਪਾਰਟੀ ਦੀ ਗਵਰਨਮੈਂਟ ਬਣ ਜਾਂਦੀ ਹੈ, ਕਦੇ ਉਹ ਦੂਸਰੀ ਪਾਰਟੀ ਦੀ ਗਵਰਨਮੈਂਟ ਬਣ ਜਾਂਦੀ ਹੈ। ਅਗਰ ਕੋਲੀਸ਼ਨ ਵੀ ਬਣਦੀ ਹੈ ਉੱਥੇ ਮਿਲੀ ਜੁਲੀ ਸਰਕਾਰ ਵੀ ਬਣਦੀ ਹੈ ਤਾਂ ਉਹ ਵੀ ਆਪਣਾ ਜਿਹੜਾ ਕਾਰਜਕਾਲ ਹੈ ਉੱਥੇ ਪੂਰਾ ਕਰਦੀ ਹੈ। ਫਿਰ ਕੈਬਨਿਟਸ ਕੰਟਰੋਲ ਓਵਰ ਨੈਸ਼ਨਲ ਫਾਈਨੈਂਸ। ਇੱਥੇ ਇੱਕ ਵਿਚਾਰਕ ਨੇ ਕਿਹਾ ਹੈ he who controls the purse controls the administration, as we know that cabinet has full control over national finance. Great Britain has cabinet prepares annual budget introduced in the parliament. ਉਹ ਕਹਿੰਦਾ ਕਿ ਜਿਹੜਾ ਸਰਕਾਰੀ ਖਜ਼ਾਨੇ ਉੱਤੇ, ਕਿਉਂਕਿ ਉੱਤੇ ਜਿਹੜਾ ਕੈਬਨਿਟ ਹੈ ਉਹ ਸਰਕਾਰੀ ਖਜ਼ਾਨੇ ਨੂੰ ਕੰਟਰੋਲ ਕਰਦਾ ਹੈ, ਤਾਂ ਉਹ ਕਹਿੰਦਾ ਜਿਹਦੇ ਕੋਲ ਪੈਸਾ ਹੈ, ਜਿਹਦੇ ਕੋਲ ਸਰਕਾਰੀ ਖਜ਼ਾਨਾ ਹੈ, ਉਹਦੇ ਕੋਲ ਹੀ ਉਹਦਾ ਹੀ ਜਿਹੜਾ ਹੈ ਪ੍ਰਸ਼ਾਸਨਿਕ ਵਿਵਸਥਾ ਉੱਤੇ ਕੰਟਰੋਲ ਹੈ। ਸੋ
क्योंकि ਜਿਹੜਾ ਕੈਬਨਿਟ ਹੈ ਐਨੂਅਲ ਬਜਟ ਪ੍ਰਪੇਅਰ ਕਰਦਾ ਹੈ, ਉਹ ਬਜਟ ਨੂੰ ਜਿਹੜਾ ਹੈ ਪਾਰਲੀਮੈਂਟ ਦੇ ਵਿੱਚ ਇੰਟਰੋਡਿਊਸ ਕਰਦਾ ਹੈ। ਸੋ ਥਰੂ ਬਜਟ ਕੈਬਨਿਟ ਪ੍ਰਪੇਅਰ ਦੀ ਹੋਲ ਫਾਈਨੈਂਸ਼ੀਅਲ ਪਾਲਿਸੀ, ਮਤਲਬ ਬਜਟ ਦੇ ਥਰੂ ਜਿਹੜਾ ਹੈ ਦੇਸ਼ ਦੀ ਪੂਰੀ ਜਿਹੜੀ ਆਰਥਿਕ ਅਤੇ ਵਿੱਤੀ ਜਿਹੜੀ ਪਾਲਿਸੀ ਹੈ ਉਹਨੂੰ ਨਿਯੰਤਰਿਤ ਕਰਨ ਦਾ ਕੰਮ ਵੀ ਕੈਬਨਿਟ ਕਰਦਾ ਹੈ। ਇਸ ਕਰਕੇ ਵੀ ਜਿਹੜਾ ਹੈ ਕੈਬਨਿਟ ਦੀਆਂ ਸ਼ਕਤੀਆਂ ਜਿਹੜੀਆਂ ਬਹੁਤ ਜ਼ਿਆਦਾ ਜਿਹੜੀਆਂ ਉਹ ਵੱਧ ਚੁੱਕੀਆਂ। फिर कैबिनेट्स राइट टू गिव टाइटल्स एंड ऑनर्स, फिर एब्सेंस ऑफ जुडिशियल रिव्यू ना होने करके, न्यायिक पुनरीक्षण की शक्ति ना होने करके कैबिनेट दी शक्तियां होर ज़्यादा जो वध जांदियां। कैबिनेट की जी रिस्पॉन्सिबिलिटी है वो होर ज़्यादा जो वध जाती है। फिर नैशनल एमरजेंसी इज ऑल्सो रिस्पॉन्सिबल फॉर इंक्रीजिंग पावर इन द कैबिनेट। ठीक है जी। सो ये कुछ कारण सीगे जिन्हां करके ਜਿਹੜਾ ਸੀਗਾ ਇੰਗਲੈਂਡ ਦੇ ਵਿੱਚ ਜਿਹੜਾ ਸੀ ਕੈਬਨਿਟ ਦੀਆਂ ਸ਼ਕਤੀਆਂ ਬਣੀਆਂ। ਹੁਣ ਅਗਲਾ ਸਵਾਲ ਇਹ ਪੈਦਾ ਹੁੰਦਾ ਹੈ, ਇਜ਼ ਕੈਬਨਿਟ ਅ ਡਿਕਟੇਟਰ ਇਨ ਰੀਅਲ ਸੈਂਸ? ਕਿ ਇੰਗਲੈਂਡ ਦੇ ਵਿੱਚ ਜਿਹੜਾ ਮੰਤਰੀ ਮੰਡਲ ਹੈ ਉਹ ਤਾਨਾਸ਼ਾਹ ਹੈ? ਸੱਚੇ ਸਬੂਤ ਦੇ ਵਿੱਚ ਅਗਰ ਗੱਲ ਕਰੀਏ ਤਾਨਾਸ਼ਾਹ ਹੈ ਜਾਂ ਨਹੀਂ ਹੈ। ਇਹਦੇ ਵਿੱਚ ਅਸੀਂ ਇਹ ਵਾਲੇ ਮੈਂ ਤੁਸੀਂ ਪੁਆਇੰਟਸ ਲਿਖ ਲਓ ਤੇ ਕੱਲ ਨੂੰ ਆਪਾਂ ਇਹਨੂੰ ਜਿਹੜਾ ਡਿਸਕਸ ਕਰ ਲਾਂਗੇ। ਪਹਿਲਾ ਪੁਆਇੰਟ ਹੈਗਾ ਇਹਦੇ ਵਿੱਚ, ਰਾਮਸੇ ਮਿਊਰ ਨੇ ਕਿਹਾ ਹੈ ਡਿਕਟੇਟਰਸ਼ਿਪ ਆਫ ਕੈਬਨਿਟ ਇਨ ਗ੍ਰੇਟ ਬ੍ਰਿਟਨ, however there is not a reality. Great Britain is a democratic state and there are many restrictions on the cabinet which make him responsible. ਜਿਹੜੇ ਰਾਮਸੇ ਮਿਊਰ ਸੀਗਾ ਉਹ ਇੰਗਲੈਂਡ ਦਾ ਪ੍ਰਧਾਨ ਮੰਤਰੀ ਵੀ ਰਿਹਾ। ਉਹਨੇ ਕਿਹਾ ਹੈ ਕਿ ਇਹ ਇੱਕ ਮਿੱਥ ਹੈ ਕਿ ਜਿਹੜੀ ਹੈ ਉੱਥੇ ਡਿਕਟੇਟਰਸ਼ਿਪ ਆਫ ਕੈਬਨਿਟ ਨਹੀਂ ਅਸੀਂ ਕਹਿ ਸਕਦੇ। ਉੱਥੇ ਜਿਹੜਾ ਕੈਬਨਿਟ ਹੈ ਹਰ ਚੀਜ਼ ਨੂੰ ਕੰਟਰੋਲ ਜ਼ਰੂਰ ਕਰਦਾ ਹੈ, ਪਰ ਉੱਥੇ ਡੈਮੋਕ੍ਰੇਸੀ ਹੈ, ਇਸ ਕਰਕੇ ਉੱਥੇ ਜਿਹੜਾ ਕੈਬਨਿਟ ਹੈ ਉਹ ਰੀਅਲ ਸੈਂਸ ਦੇ ਵਿੱਚ ਡਿਕਟੇਟਰ ਨਹੀਂ ਹੈ। ਇਹ ਆਪਾਂ ਇਹਦਾ ਜਿਹੜਾ ਫਿਰ ਪ੍ਰਾਈਮ ਮਿਨਿਸਟਰ ਹੋਇਆ। ਫਿਰ ਇਹਦੇ ਵਿੱਚ ਕਿਹੜੀਆਂ ਰਿਸਟ੍ਰਿਕਸ਼ਨਸ ਹੈਗੀਆਂ? ਫਿਰ ਜਿੱਦਾਂ ਲੋਕ ਮਤ, ਪਬਲਿਕ ਓਪੀਨੀਅਨ, ਫਿਰ ਜਿਹੜੀ ਆਪੋਜੀਸ਼ਨ ਪਾਰਟੀ, ਆਰਗੇਨਾਈਜ਼ਡ ਆਪੋਜੀਸ਼ਨ, ਫਿਰ ਕੰਟਰੋਲ ਓਵਰ ਪਾਰਲੀਮੈਂਟ, ਫਿਰ ਰੈਗੂਲਰ ਇਲੈਕਸ਼ਨਸ, ਫਿਰ ਅਨਸਰਟਨ ਟੈਨਿਓਰ ਆਫ ਕੈਬਨਿਟ, ਫਿਰ ਪ੍ਰੈਸ, ਫਿਰ ਪਬਲਿਕ ਇੰਟਰਸਟ, ਫਿਰ ਉਸ ਤੋਂ ਬਾਅਦ ਬ੍ਰਿਟਿਸ਼ ਪੋਲੀਟੀਕਲ ਕਲਚਰ, ਡੈਮੋਕ੍ਰੈਟਿਕ ਫੀਲਿੰਗਸ ਫॉर ਬ੍ਰਿਟਿਸ਼। ਸੋ ਇਹ ਅਗਰ ਇਹਨਾਂ ਪੁਆਇੰਟਸ ਨੂੰ ਡਿਸਕਸ ਕਰਨ ਤੋਂ ਬਾਅਦ ਸਾਡੇ ਸਾਹਮਣੇ ਇਹ ਗੱਲ ਆਉਂਦੀ ਹੈ ਕਿ ਨੋ ਡਾਊਟ ਉੱਥੇ ਜਿਹੜੀ ਕੈਬਨਿਟ ਹੈ ਉਹ ਹਰ ਚੀਜ਼ ਨੂੰ ਕੰਟਰੋਲ ਕਰਦੀ ਹੈ, ਹਰ ਚੀਜ਼ ਜਿਹੜੀ ਹੈ ਉਹਦੇ ਕਹਿਣ ਦੇ ਮੁਤਾਬਿਕ ਚੱਲਦੀ ਹੈ ਜਾਂ ਉਹਦੇ ਕਹਿਣ 'ਤੇ ਹੁੰਦੀ ਹੈ। ਲੇਕਿਨ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੰਗਲੈਂਡ ਦੇ ਵਿੱਚ ਜਿਹੜਾ ਹੈ ਕੈਬਨਿਟ ਦੀ ਤਾਨਾਸ਼ਾਹੀ ਹੈ, ਕਿਉਂਕਿ ਉਹਦੇ ਉੱਤੇ ਕਈ ਤਰ੍ਹਾਂ ਦੀਆਂ ਰਿਸਟ੍ਰਿਕਸ਼ਨਸ ਹੈ। ਕਿਹੜੀਆਂ ਰਿਸਟ੍ਰਿਕਸ਼ਨ ਹੈ? ਲੋਕਾਂ ਦੀ ਰਿਸਟ੍ਰਿਕਸ਼ਨ ਹੈਗੀ ਹੈ। ਫਿਰ ਜਿਹੜੀ ਉੱਥੇ ਆਪੋਜੀਸ਼ਨ ਹੈ ਉਹ ਗਵਰਨਮੈਂਟ ਦੀ ਜਿਹੜੀ ਫੰਕਸ਼ਨਿੰਗ ਹੈ ਜਾਂ ਕੈਬਨਿਟ ਦੀ ਜਿਹੜੀ ਫੰਕਸ਼ਨਿੰਗ ਹੈ ਉਹਨੂੰ ਜਿਹੜਾ ਹੈਗਾ ਚੈੱਕ ਕਰਦੀ ਹੈ। ਠੀਕ ਹੈ। ਫਿਰ ਪਾਰਲੀਮੈਂਟ ਜਿਹੜੀ ਹੈ ਉਹ ਕੈਬਨਿਟ ਦੀਆਂ ਜਿਹੜੀਆਂ ਸ਼ਕਤੀਆਂ, ਉਹ ਜਦੋਂ ਸ਼ਕਤੀਆਂ ਦਾ ਪ੍ਰਯੋਗ ਕਰਦੀ ਹੈ ਉਹਦੇ ਉੱਤੇ ਜਿਹੜਾ ਪਾਰਲੀਮੈਂਟ ਨਜ਼ਰ ਰੱਖਦਾ ਹੈ। ਉਹ ਪਾਰਲੀਮੈਂਟ ਦੇ ਪ੍ਰਤੀ ਵੀ ਜਿਹੜੇ ਮਿਨਿਸਟਰਸ ਹੈਗੇ ਆ ਇੰਡੀਵਿਜੂਅਲੀ ਅਤੇ ਕਲੈਕਟਿਵਲੀ ਜਿਹੜਾ ਹੈ ਰਿਸਪੌਂਸੀਬਲ ਹੁੰਦੇ ਆ। ਫਿਰ ਉੱਥੇ ਰੈਗੂਲਰ ਇਲੈਕਸ਼ਨ ਹੁੰਦੇ ਆ, ਮਤਲਬ ਆਮ ਚੁਣਾਵ ਰੈਗੂਲਰ ਹੁੰਦਾ ਹੈ। ਠੀਕ ਹੈ ਜੀ। ਇਸ ਸੰਦਰਭ ਦੇ ਵਿੱਚ ਜੈਨਿੰਗਸ ਦੀ ਕੋਟੇਸ਼ਨ ਹੈ, ਮੈਂ ਉਹ ਕੋਟ ਕਰੂੰਗਾ। ਇਟ ਕੈਨ ਨਾਟ ਬੀ ਸੈਡ ਦੈਟ ਦਿਸ ਇਜ਼ ਅ ਡਿਕਟੇਟਰਸ਼ਿਪ। ਐਟ ਵਰਸਟ it is a dictatorship for the term of 5 years, but dictators who at short intervals have begged to the people for their votes freely cast are the servants of the public and not a master। ਉਹ ਕਹਿੰਦਾ ਅਸੀਂ ਇਹ ਕਹਿ ਸਕਦੇ ਹਾਂ ਜਨਿੰਗ ਕਿ 5 ਸਾਲ ਵਾਸਤੇ ਕੈਬਨਿਟ ਦੀ ਤਾਨਾਸ਼ਾਹੀ ਹੈ, ਪਰ ਐਟ ਵਰਸਟ 5 years ਕਹਿੰਦਾ ਕਿੰਨਾ, ਮਤਲਬ ਅਗਰ ਜ਼ਿਆਦਾ ਤੋਂ ਜ਼ਿਆਦਾ ਅਸੀਂ ਗੱਲ ਕਰੀਏ 5 ਸਾਲਾਂ ਲਈ, ਬਟ ਜਿਹੜੇ ਡਿਕਟੇਟਰ ਹੁੰਦੇ 5 ਸਾਲਾਂ ਲਈ ਉਹਨਾਂ ਨੂੰ ਵੋਟਾਂ ਵਾਸਤੇ ਲੋਕਾਂ ਕੋਲੋਂ ਭੀਖ ਮੰਗਣੀ ਪੈਂਦੀ ਹੈ। ਸੋ ਇਸ ਗੱਲ ਤੋਂ ਇਹ ਸਾਬਿਤ ਹੁੰਦਾ ਕਿ ਉੱਥੇ ਜਿਹੜਾ ਹੈ ਕੈਬਨਿਟ ਦੀ ਤਾਨਾਸ਼ਾਹੀ ਨਹੀਂ ਹੈ। ਨਾਲੇ ਉੱਥੇ ਜਿਹੜੀ ਲੋਕਤੰਤਰੀ ਪ੍ਰਥਾਵਾਂ ਹੈਗੀਆਂ ਇੰਗਲੈਂਡ ਦੇ ਵਿੱਚ ਉਹ ਬਹੁਤ ਜ਼ਿਆਦਾ ਜਿਹੜਾ ਹੈ ਮਜ਼ਬੂਤ ਹੈ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਇੰਗਲੈਂਡ ਦੇ ਵਿੱਚ ਡਿਕਟੇਟਰਸ਼ਿਪ ਆਫ ਕੈਬਨਿਟ
ਨਹੀਂ ਹੈ। ਸੋ ਇਹਦੇ ਨਾਲ ਤੁਹਾਡਾ ਕੁਐਸਚਨ ਵੀ ਖਤਮ ਹੈ, ਤੁਹਾਨੂੰ ਪੁਆਇੰਟਸ ਵੀ ਜਿਹੜਾ ਆਪਾਂ ਡਿਸਕਸ ਕਰ ਲਏ ਆ। ਸੋ ਵੀ ਨੀਡ ਨਾਟ ਟੂ ਡਿਸਕਸ ਇਟ ਸੈਪਰੇਟਲੀ। ਸੋ ਇਹ ਆਪਣਾ ਜਿਹੜਾ ਹੈ ਉਹ ਕੁਐਸਚਨ ਖਤਮ ਹੁੰਦਾ ਹੈ। ਫਿਰ ਇੱਕ ਛੋਟਾ ਜਿਹਾ ਕੁਐਸਚਨ ਹੋਰ ਹੈ, ਮਿਊਚੁਅਲ ਰਿਲੇਸ਼ਨਸ ਬਿਟਵੀਨ ਕੈਬਨਿਟ ਐਂਡ ਪਾਰਲੀਮੈਂਟ। ਉਸ ਨੂੰ ਜਿਹੜਾ ਹੈਗਾ ਕੱਲ੍ਹ ਜਿਹੜਾ ਕਰਾਂਗੇ ਕੱਲ੍ਹ ਵਾਲੇ ਲੈਕਚਰ ਦੇ ਵਿੱਚ। ਸੋ ਅੱਜ ਇਹ ਜਿਹੜਾ ਗ੍ਰੇਟ ਬ੍ਰਿਟਨ ਉੱਤੇ ਤੁਹਾਡਾ ਜਿਹੜਾ 10 ਮਿੰਟ ਦਾ ਲੈਕਚਰ ਸੀਗਾ। ਜਿਹੜਾ ਅਮਰੀਕਾ ਵਾਲਾ ਸਾਡਾ ਪੋਰਸ਼ਨ ਚੱਲ ਰਿਹਾ ਉਹਦੇ ਉੱਤੇ ਮੈਂ ਤੁਹਾਨੂੰ ਜਿਹੜਾ ਹੈ ਸ਼ਾਮ ਨੂੰ ਜਿਹੜਾ ਹੈ ਲੈਕਚਰ ਜਿਹੜਾ ਹੈ ਪੋਸਟ ਜਿਹੜਾ ਹੈ ਉਹ ਕਰੂੰਗਾ। ਸ਼ਾਮੀ ਲੈਕਚਰ ਜਿਹੜਾ ਤੁਹਾਨੂੰ ਉਹਦੇ ਉੱਤੇ ਪੋਸਟ ਕਰੂੰਗਾ, ਜਾਂ ਮੈਨੂੰ ਜਦੋਂ ਵੀ ਟਾਈਮ ਮਿਲਦਾ ਮੈਂ ਰਿਕਾਰਡ ਕਰਕੇ ਜਿਹੜਾ ਪੋਸਟ ਜਿਹੜਾ ਤੁਹਾਨੂੰ ਕਰ ਦੂੰਗਾ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ ਫॉर ਅਟੈਂਡਿੰਗ ਦਿਸ ਵੀਡੀਓ ਲੈਕਚਰ।